जंतो पाए कै देखै थापो थाप। तिसनु कहिए नानका सब किछ आपे आ। पौड़ी वड्डे कियां वड्डियाइयां किछ कहन न जाए। सुकर तकादर करीम दे जियां। सुर छोड़ी तिन्ने पाए नानके की बाहरी। तो करे जति सिर जाए वाहिगुरु वाहिगुरु वाहिगुरु। ए दिल है अमानत सतगुर दी ताता तिल गाया नहीं जांदा। ए दिल है अमानत सतगुर दी ताता तिल गाया नहीं जांदा। गज के भाई बाबा बाबा वाहिगुरु। ऐसी दुनिया बल्लो उदास होए, दुनिया बल्लो उदास होए। गज के असी तेरे चरणां दे दास होए, ऐ चरणां दे दास होए। भावे फेल होवे भावे पास होवे पिछे कदम हटाया नहीं जांदा। फेल होवे भावे पास होवे पिछे कदम हटाया नहीं जांदा। भावे फेल होवे कदम हटाया नहीं जांदा। भावे फेल होवे भावे पास होवे पिछे। ए दिल है मानत सतगुर दी थां थां ते लगाया नहीं जांदा। ए सिर है अमानत सतगुर दी थां थां ते लगाया नहीं जांदा। परम सत्कार योग गुरु जी की साजी नवाजी साध संगत जी, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਨ ਵਾਸਤੇ ਰੱਬੀ ਬਾਣੀ ਤੁਰਕੀ ਬਾਣੀ ਪਾਪ ਨਾਸ਼ ਕਰਤੇ ਸ਼ਾਂਤਦਾਇਕ ਗੁਰਬਾਣੀ ਦਾ ਜੱਪਾ ਜਾਪ ਗੁਰੂ ਜੀ ਅੰਮ੍ਰਿਤ ਵੇਲੇ ਅੰਮ੍ਰਿਤਮਈ ਬਾਣੀ ਦਾ ਮੀਂਹ ਬਰਸਾਉਂਦੇ ਨੇ। ਪਰ ਨਾਲ ਇੱਕ ਸੰਦੇਸ਼ਾ ਦੇ ਦਿੱਤਾ, ਸਿੱਧੇ ਅੰਮ੍ਰਿਤ ਪਵੈ ਨਿਹਾਰ। ਕਹਿੰਦੇ ਮੀਂਹ ਪੈਂਦਾ ਹੈ, ਮੀਂਹ ਪੈਣ ਦੇ ਨਾਲ ਸਾਡੇ ਵਿਹੜੇ ਵਿੱਚ ਦੋ ਬਰਤਨ ਪਏ ਨੇ, ਭਾਂਡੇ ਪਏ ਨੇ। ਇੱਕ ਭਾਂਡਾ ਸਿੱਧਾ ਪਿਆ, ਇੱਕ ਮੁੱਧਾ ਪਿਆ।
ਹੁਣ ਗੁਰੂ ਜੀ ਕਿਸੇ ਸਿਆਣੇ ਪੁਰਸ਼ ਨੂੰ ਪੁੱਛਦੇ ਨੇ, ਦੱਸੋ ਭਾਂਡਾ ਭਰੂਗਾ ਕਿਹੜਾ? ਫਿਰ ਉੱਥੇ ਜਿਹੜਾ ਅਣਜਾਣ ਤੋਂ ਅਣਜਾਣ ਪੁਰਸ਼ ਆ ਉਹ ਵੀ ਕਹੂਗਾ ਵੀ ਜਿਹੜਾ ਭਾਂਡਾ ਸਿੱਧਾ ਉਹਦੇ ਵਿੱਚ ਵਸਤੂ ਪੈ ਜੂ, ਪਾਣੀ ਪੈ ਜੂਗਾ। ਮਹਾਰਾਜ ਕਹਿਣ ਲੱਗੇ ਤੁਹਾਡੇ ਸਵਾਲ ਦਾ ਜਵਾਬ ਹੈ, ਜੇ ਤਾਂ ਭਾਂਡਾ ਤੁਹਾਡਾ ਸਰੀਰ ਰੂਪੀ ਭਾਂਡਾ, ਮਨ ਰੂਪੀ ਭਾਂਡਾ ਸਿੱਧਾ ਹੈ, ਫਿਰ ਤਾਂ ਇਸ ਭਾਂਡੇ ਵਿੱਚ ਵਸਤੂ ਪੈ ਜੂਗੀ ਨਾਮ ਦੀ। ਜੇ ਤੁਹਾਡਾ ਸਰੀਰ ਰੂਪੀ ਭਾਂਡੇ ਦਾ ਮਨ ਜਿਹੜਾ ਨਾ ਉਹ ਪੁੱਠਾ ਹੋਇਆ, ਫਿਰ ਨਹੀਂ ਵਸਤੂ ਪੈਣੀ। ਗੁਰੂ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਜਿਹਦਾ ਤਾਂ ਮਨ ਹੈ ਸਿੱਧਾ, ਉਹਦੇ ਵਿੱਚ ਤਾਂ ਪੈ ਜੂ, ਬਰਤਨ ਦੇ ਵਿੱਚ ਵਸਤੂ ਪੈ ਜੂਗੀ ਨਾਮ ਦੀ, ਗੁਰੂ ਦੀ ਵਿਚਾਰਧਾਰਾ ਦੀ, ਅਖੰਡ ਪਾਠ ਦੀ ਜਿਹੜੀ ਬਾਣੀ ਚੱਲਦੀ ਹੈ ਉਹਦੀ, ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਉਹਦੀ। ਅਤੇ ਜਿਹੜਾ ਸਰੀਰ ਰੂਪੀ ਭਾਂਡਾ, ਮਨ ਰੂਪੀ ਭਾਂਡਾ ਜਿਹੜਾ ਪੁੱਠਾ ਹੋਇਆ, ਉਹਦੇ ਵਿੱਚ ਨਹੀਂ ਵਸਤੂ ਪੈਣੀ। ਇਹ ਤਾਂ ਗੁਰੂ ਜੀ ਦਾ ਫੈਸਲਾ ਹੈ। ਜਿਹੜਾ ਬੰਦਾ ਇਹੋ ਜਿਹੀਆਂ ਗੱਲਾਂ 'ਤੇ ਗਿਲਾ ਮਨਾਉਂਦਾ, ਸਮਝ ਲਓ ਗੁਰੂ ਜੀ ਨਾਲ ਗਿਲਾ ਹੈ ਉਹਦਾ, ਕਿਸੇ ਪ੍ਰਚਾਰਕ ਨਾਲ ਜਾਂ ਕਿਸੇ ਬੰਦੇ ਨਾਲ ਨਹੀਂ ਗਿਲਾ ਹੈ। ਕਿਉਂਕਿ ਤਾਂ ਗੁਰੂ ਜੀ ਦਾ ਹੁਕਮ ਤੁਹਾਨੂੰ ਪੜ੍ਹ ਕੇ ਮੈਂ ਸੁਣਾਇਆ। ਮਹਾਰਾਜ ਜੀ ਕਹਿੰਦੇ ਸਿੱਧੇ ਅੰਮ੍ਰਿਤ ਪਵੈ ਨਿਹਾਰ, ਕਹਿੰਦੇ ਜਿਹੜਾ ਭਾਂਡਾ ਸਿੱਧਾ ਹੈ ਨਾ ਉਹਦੇ ਵਿੱਚ ਅੰਮ੍ਰਿਤ ਪੈ ਜਾਂਦਾ, ਅੰਮ੍ਰਿਤਮਈ ਬਾਣੀ, ਅੰਮ੍ਰਿਤਮਈ ਗੁਰੂ ਦੀ ਵਿਚਾਰ। ਅਤੇ ਨਹੀਂ ਫਿਰ ਬਹੁਤਿਆਂ ਦੇ ਮਨ ਵਿੱਚ ਤਾਂ ਇਹ ਤਾਂ ਹੁੰਦਾ ਹੀ ਹੈ ਵੀ ਇੰਨਾ ਕੁ ਤਾਂ ਸਾਨੂੰ ਤਾਂ ਆਉਂਦਾ ਹੀ ਹੈ, ਸੁਣਦੇ ਹੀ ਰਹਿੰਦੇ ਹੈ, ਸੁਣ ਸੁਣ ਕੇ ਲੰਘਿਆ, ਸੁਣ ਲਿਆ ਉਹਦਾ, ਸੁਣ ਲਿਆ ਉਹਦਾ, ਸੁਣ ਲਿਆ, ਪਰ ਅੰਮ੍ਰਿਤ ਅੰਦਰ ਨਹੀਂ ਜਗ੍ਹਾ ਦਿੱਤੀ ਪਰਮਾਤਮਾ ਦੀ ਬਾਣੀ ਨੂੰ। ਸੁਣਿਆ ਜ਼ਰੂਰ ਹੈ, ਸੁਣੀ ਸੁਣੀ ਗਿਆ, ਮੰਨਿਆ ਨਹੀਂ ਹੈ। ਮਹਾਰਾਜ ਜੀ ਕਹਿੰਦੇ ਮੰਨੈ ਸੁਰਤ ਹੋਵੈ ਮਨ ਬੁੱਧ। ਜੇ ਤੂੰ ਜਪਜੀ ਸਾਹਿਬ ਦੀ ਪਾਵਨ ਬਾਣੀ ਅੰਦਰ ਸੁਣਿਆ ਦੀਆਂ ਪੌੜੀਆਂ ਸੁਣਨੀਆਂ ਤਾਂ ਮੰਨੇ ਦੀਆਂ ਵੀ ਨਾਲ ਹੀ ਨੇ, ਮੰਨਣ ਦੀਆਂ ਵੀ ਹੈ। ਮਨੀ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਇਸ ਕਰਕੇ ਠੀਕ ਹੈ, ਅੱਜ ਸੁਣਾਉਣ ਵਾਲੇ ਬੜੇ ਨੇ, ਸੁਣਨ ਵਾਲੇ ਵੀ ਬੜੇ ਨੇ। ਤਕਰੀਬਨ ਹੁਣ ਤੋਂ ਲੈ ਕੇ ਅੱਜ ਜਿਹੜੇ ਘਰਾਂ ਵਿੱਚ ਸਾਡੇ ਟੈਲੀਵਿਜ਼ਨ ਲੱਗੇ ਨੇ, ਇਹਦੇ ਵਿੱਚ ਕਿਤੇ ਕੀਰਤਨ ਚੱਲ ਰਿਹਾ, ਕਿਤੇ ਕਥਾ ਚੱਲ ਰਹੀ ਹੈ, ਕਿਤੇ ਕੁਝ ਚੱਲ ਰਿਹਾ, ਸਭ ਚੈਨਲਾਂ ਉੱਤੇ ਕੁਝ ਨਾ ਕੁਝ ਚੱਲਦਾ ਹੈ। ਸੁਣ ਲਿਆ ਜ਼ਰੂਰ। ਇਹ ਵੀ ਟਾਈਮ ਦਾ ਵੀ ਪਤਾ ਵੀ ਇੰਨੇ ਵਜੇ ਗਿਆਨੀ ਪਿੰਦਰਪਾਲ ਦੀ ਕਥਾ ਆਉਂਦੀ ਹੈ, ਇੰਨੇ ਵਜੇ ਗਿਆਨੀ ਮਸ਼ਕੀਨ ਜੀ ਦੀ ਕਥਾ ਆਉਂਦੀ ਹੈ, ਇੰਨੇ ਵਜੇ ਦਰਬਾਰ ਸਾਹਿਬ ਤੋਂ ਕੀਰਤਨ ਹੁੰਦਾ ਹੈ, ਇੰਨੇ ਵਜੇ ਜੋ ਮੰਜੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ ਦਰਬਾਰ ਸਾਹਿਬ ਅੰਮ੍ਰਿਤਸਰ, ਉੱਥੇ ਕਥਾ ਦਾ ਪ੍ਰਵਾਹ ਚੱਲਦਾ ਹੈ। ਦਰਬਾਰ ਸਾਹਿਬ ਦੇ ਨਾਲ ਜਦੋਂ ਕੀਰਤਨ ਦੀ ਸਮਾਪਤੀ ਹੁੰਦੀ ਹੈ, ਉਦੋਂ ਮੰਜੀ ਸਾਹਿਬ 'ਤੇ ਕਥਾ ਸ਼ੁਰੂ ਹੋ ਜਾਂਦੀ ਹੈ, ਪਤਾ ਹੈ ਸਭ ਨੂੰ। ਕਈ ਵਾਰੀ ਕੀਰਤਨ 'ਤੇ ਉਹ ਸੁੱਚ ਮਰੋੜ ਲੈਂਦੇ ਆ, ਉਹਦੀ ਉਦੋਂ ਸੁਣਨ ਲੱਗ ਜਾਂਦੇ ਆ ਵੀ ਚਲੋ ਕਥਾ ਨਾਲ ਦੀ ਨਾਲ ਕਥਾ ਪ੍ਰਾਰੰਭ, ਕਿਤੇ ਕੋਈ ਵਿਦਵਾਨ ਕਿਤੇ ਕੋਈ ਵਿਦਵਾਨ ਕਰਦਾ। ਸੁਣਿਆ ਜ਼ਰੂਰ, ਪਰ ਸੁਣ ਕੇ ਮਹਾਰਾਜ ਜੀ ਕਹਿੰਦੇ ਉਹ ਰਿਪੀਟ ਕਰਕੇ ਵੀ ਕਈ ਸੁਣਾ ਦਿੰਦੇ ਨੇ ਗਾਂ। ਅੱਜ ਕਥਾ ਦੇ ਵਿੱਚ ਆਹ ਕੁਝ ਕਿਹਾ ਸੀ, ਅੱਜ ਆਹ ਕੁਝ ਬੋਲ ਰਹੇ ਸੀ ਅੰਮ੍ਰਿਤਸਰ ਵਾਲੇ, ਅੱਜ ਦਰਬਾਰ ਸਾਹਿਬ ਬੰਗਲਾ ਸਾਹਿਬ ਤੋਂ ਆਹ ਕੁਝ ਕਥਾ ਫਲਾਣਾ ਗਿਆਨੀ ਕਰਦਾ ਸੀ, ਵੀ ਬੜੇ ਕੜਲ ਕੱਢੀ ਜਾਂਦਾ ਸੀ, ਬਸ ਇਹ ਕੁਝ ਸੁਣ ਲਿਆ। ਪਰ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਉਹ ਪੋਟਿਆਂ 'ਤੇ ਗਣਨ ਵਾਲੇ ਨੇ, ਪੋਟਿਆਂ 'ਤੇ, ਬਸ ਇਸ ਤਰ੍ਹਾਂ ਹੈ, ਸਾਰੇ ਨਹੀਂ। ਉਹਨਾਂ ਦੀ ਬਾਬਤ ਮਹਾਰਾਜ ਜੀ ਕੀ ਕਹਿੰਦੇ, ਜਗ ਮੈਂ ਉੱਤਮ ਕਾਢੀਐ ਬਿਰਲੇ ਕੇਈ ਕੇ। ਮਹਾਰਾਜ ਜੀ ਕਹਿੰਦੇ ਉਹ ਬਿਰਲੇ ਬਿਰਲੇ ਨੇ। ਸੁਣ ਲਿਆ ਭਾਈ ਮਾਧੋ ਦਾਸ ਬੈਰਾਗੀ ਨੇ, ਪਹਿਲਾਂ ਪੜ੍ਹੀ ਗਿਆ,
ਗੁਰੂ ਜੀ ਆ ਕੇ ਉਹਨਾਂ ਨੇ ਸਿਰ ਤੇ ਹੱਥ ਰੱਖ ਕੇ ਮਨਾ ਦਿੱਤਾ। ਤੇ ਫਿਰ ਆਹ ਦਿਨ ਨੇ ਸ਼ਹੀਦੀਆਂ ਦੇ। ਸੁਣਿਆ ਵੀ ਤੇ ਮੰਨ ਵੀ ਲਿਆ। ਮਾਧੋ ਦਾਸ ਬੈਰਾਗੀ ਨੇ ਫਿਰ ਇੱਧਰ ਆ ਗਿਆ। ਫਿਰ ਇਤਿਹਾਸ ਗਵਾਹੀ ਭਰਦਾ ਇਹਨਾਂ ਦਿਨਾਂ ਦੇ ਵਿੱਚ। ਸੁਣਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ 3 ਸਪੁੱਤਰ ਨੇ, ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ, 3 ਪੁੱਤਰ ਨੇ। ਸੁਣਿਆ ਤਿੰਨਾਂ ਨੇ, ਤਿੰਨੇ ਘਰ ਦੇ ਵਿੱਚ ਵੀ ਪੈਦਾ ਹੋਏ। ਗੁਰੂ ਦੇ ਘਰ ਦੇ ਵਿੱਚ ਪੈਦਾ ਹੋ ਕੇ, ਪਰ ਮੰਨਿਆ ਕੇਵਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਇੱਕ ਸੁਣਨ ਦਾ ਵਿਸ਼ਾ ਹੈ ਵੀ ਸੁਣਨ ਦਾ। ਬਈ ਜਦੋਂ ਗਿਆਨੀ ਪਿੰਦਰਪਾਲ ਕਥਾ ਕਰਦਾ ਨਾ, ਉਹ ਬੜਾ ਵਧੀਆ ਲੱਗਦਾ। ਜਦੋਂ ਫਲਾਣਾ ਬੰਦਾ ਕਰਦਾ, ਉਹ ਇੰਨਾ ਨਹੀਂ ਵਧੀਆ ਕਰਦਾ ਹੈ। ਇਹ ਸੁਣਨ ਦਾ ਵਿਸ਼ਾ ਹੈ ਇੱਕ। ਪਰ ਮਹਾਰਾਜ ਜੀ ਕਹਿੰਦੇ ਉਹਦੇ ਵਿੱਚੋਂ ਤੱਤ ਵਸਤੂ ਕੱਢ। ਹੁਣ ਸੁਣਿਆ ਬਾਬੇ ਆਦਮ ਨੇ ਵੀ ਬੜਾ, ਸਾਰੇ ਦੁਆਰਿਆਂ ਉੱਤੇ ਜਾ ਕੇ ਸੁਣਾਇਆ। ਜਿੱਥੇ ਕਿਸੇ ਨੇ ਕਿਹਾ ਵੀ ਇੱਥੇ ਦੀਵਾ ਜਗਾ ਦੇ, ਉੱਥੇ ਦੀਵਾ ਵੀ ਜਗਾ ਤਾ। ਚੰਗਾ ਹੈ, ਜਗਾਉਣਾ ਚਾਹੀਦਾ, ਮਾੜਾ ਨਹੀਂ ਕਹਿੰਦਾ ਮੈਂ। ਕਿਉਂਕਿ ਜੇ ਮਾੜਾ ਕਹਾਂਗੇ ਫਿਰ ਆਹ ਪੰਗਤੀ ਛੱਡਣੀ ਪਊਗੀ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਾਰੇ ਜਿਤਨੇ ਵੀ ਪੀਰ ਪੈਗੰਬਰ ਹੋਏ ਪਰਮਾਤਮਾ ਤੋਂ ਨਾ, ਸਭ ਵਸਤੂਆਂ ਲੈ ਕੇ ਆਏ, ਉਹਨਾਂ ਨੇ ਵਰਤਾਈਆਂ ਆ ਕੇ। ਹਾਂ, ਸਿੱਖ ਦੀ ਟੇਕ ਜਿਹੜੀ ਹੈ ਕੇਵਲ ਗੁਰੂ 'ਤੇ ਹੋਣੀ ਚਾਹੀਦੀ ਹੈ। ਬਾਕੀ ਦੇਖੋ, ਜੇ ਆਪਾਂ ਕਹੀਏ ਵੀ ਜਿਹੜੇ ਰਾਮ ਕਰਦੇ ਨੇ ਹਿੰਦੂ ਵੀਰ ਨੇ, ਵੀ ਉਹਨਾਂ ਦੀ ਮਨੋਕਾਮਨਾ ਨਹੀਂ ਪੂਰੀ ਹੁੰਦੀ, ਉਹ ਵਿਚਾਰੇ ਭੁੱਖੇ ਮਰਦੇ ਨੇ, ਸਿੱਖ ਰੱਜ ਕੇ ਖਾਂਦੇ ਨੇ। ਨਹੀਂ, ਉਹਨਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਮੁਸਲਮਾਨ ਵੀਰ ਜਿਹੜੇ ਨੇ, ਅੱਲਾ ਖੁਦਾ ਪਾਕ ਉਹਨੂੰ ਮੰਨਣ ਵਾਲੇ ਨੇ, ਉਹ ਵੀ ਅੱਜ ਵਧੀਆ ਭੋਜਨ ਛਕਦੇ ਨੇ। ਉਹਨਾਂ ਦੀ ਉੱਥੇ ਸ਼ਰਧਾ, ਉਹਨਾਂ ਦੀ ਮਨੋਕਾਮਨਾ ਉੱਥੇ ਪੂਰੀ ਹੁੰਦੀ ਹੈ। ਐ ਸਿੱਖਾ, ਤੇਰੀ ਭਾਵਨਾ ਦੇ ਉੱਤੇ, ਜਿਵੇਂ ਅਰਜਨ ਨੇ ਕਿਹਾ ਨਾ, ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਦੇ ਵਿੱਚ ਅਰਜਨ ਨੂੰ ਉਪਦੇਸ਼ ਦਿੱਤਾ ਹੈ। ਉਹ ਕਹਿੰਦੇ ਭਾਵਨੀ ਵਿਦਿਆ ਤੇ ਦੇਵਾ। ਇਸ ਕਰਕੇ ਤੇਰੀ ਭਾਵਨਾ ਹੋਣੀ ਚਾਹੀਦੀ ਹੈ। ਭਾਵਨਾ ਤੇਰੀ ਜਿੱਥੇ ਮਰਜ਼ੀ ਜੁੜ ਜਾਵੇ। ਜਿੱਥੇ ਤੇਰੀ ਭਾਵਨਾ ਜੁੜ ਗਈ, ਐ ਮਨੁੱਖ, ਤੇਰੀ ਭਾਵਨਾ ਉਹਦੇ ਵਿੱਚ ਦੀ ਆ ਕੇ ਗੁਰੂ ਨੇ ਤੇਰੀ ਭਾਵਨਾ ਪੂਰੀ ਕਰਨੀ ਹੈ। ਕਿਉਂਕਿ ਹੁਣ ਆਪਾਂ ਇੱਕ ਥਾਵੇਂ ਜ਼ੋਰ ਪਾਈ ਜਾਈਏ ਕਹੀ ਜਾਈਏ, ਮਹਾਰਾਜ ਮਹਾਂਪੁਰਖ ਬਾਬਾ ਤਰਸੀ ਜੀ ਨੂੰ ਸਾਡਾ ਕੰਮ ਹੋਣਾ ਚਾਹੀਦਾ। ਹੁਣ ਜਦੋਂ ਕੰਮ ਸਾਡਾ ਉੱਥੋਂ ਹੋਇਆ ਸੀ ਤਾਂ ਫਿਰ ਉੱਥੇ ਹੀ ਕਹਾਂਗੇ ਨਾ। ਉਹਨਾਂ ਨੇ ਫਿਰ ਕਹਿਣਾ ਵੀ ਸੱਚੇ ਪਾਤਸ਼ਾਹ ਸੇਵਕ ਬਹੁਤਾ ਜ਼ੋਰ ਪਾਉਂਦਾ, ਹੁਣ ਕਿਰਪਾ ਕਰ ਦਿਓ, ਉਹਦੀ ਮਨੋਕਾਮਨਾ ਪੂਰੀ ਕਰ ਦਿਓ। ਕਰੀ ਕੀ ਨੇ, ਕਿਹਾ ਕੀ ਨੇ, ਸਭ ਕੋ ਤੇਰਾ ਬਸ ਆਗਮ ਗੋਚਰਾ, ਤੂੰ ਭਗਤਾਂ ਕਹਿ ਬਸ ਭਗਤਾਂ ਤਾਣ ਤੇਰਾ। ਕਹਿ ਕੇ ਗੁਰੂ ਨੇ ਕਰਾ ਦਿੱਤਾ। ਕਰਾਇਆ ਭਾਵੇਂ ਗੁਰੂ ਤੋਂ, ਪਰ ਸਾਡਾ ਵਿੱਚ ਵਿਚੋਲਾ ਪੈ ਗਿਆ। ਅੱਜ ਬਾਬਾ ਆਦਮ ਪਹੁੰਚ ਗਿਆ, ਪੁੱਛੋ ਮੰਡੀ ਦੇ ਰਹਿਣ ਵਾਲਾ। ਉਹ ਕਹਿੰਦਾ, ਸਿੱਖਾਂ ਨੇ ਪੁੱਛਿਆ ਕਿਹੜੇ ਇਲਾਕੇ 'ਚੋਂ ਆਇਆ? ਕਹਿੰਦੇ ਮਾਲਵੇ 'ਚੋਂ ਆਇਆ। ਅੱਛਾ ਬਈ ਆਹ ਮਾਲਵਾ ਬਠਿੰਡਾ ਏਰੀਆ? ਕਹਿੰਦੇ ਹਾਂ ਜੀ, ਇੱਧਰੋਂ ਆਇਆ। ਕਿਹੜਾ ਪਿੰਡ ਹੈ? ਪ੍ਰਸਿੱਧ ਪਿੰਡ ਹੈ ਪੁੱਛੋ, ਉੱਥੋਂ ਦੇ ਰਹਿਣ ਵਾਲਾ ਹੈ। ਚੱਲ ਫਿਰ ਗੁਰੂ ਕੋਲੇ। ਬਾਬਾ ਆਦਮ ਖੁਸ਼ ਹੈ, ਪਰ ਇੱਕ ਪਾਸੇ ਉਹ ਮੈਂ ਜਿਵੇਂ ਕੱਲ੍ਹ ਵਿਦਵਾਨ ਦਾ ਸ਼ਲੋਕ ਉਚਾਰਨ ਕਰਿਆ ਸੀ, ਆਸਾ ਨਾ ਤੋੜ ਬੈਠੀ, ਬੇੜੀਆਂ ਨਾ ਰੋੜ ਬੈਠੀ। ਭਾਵਨਾ ਤਾਂ ਸਭ ਤੇ ਵੱਜੀ ਹੋਈ ਸੀ, ਪਰ ਸਾਰੇ ਪਾਸਿਓਂ ਜਵਾਬ ਮਿਲਦਾ ਗਿਆ। ਉਮਰ ਵੱਧਦੀ ਗਈ, 60 ਸਾਲ ਤੇ ਉਮਰ ਚਲੀ ਗਈ, ਦਾੜਾ ਚਿੱਟਾ ਹੋ ਗਿਆ, ਸਰੀਰ ਅੰਗ ਜਿਹੜੇ ਆ ਉਹ ਚੱਲਣ ਚੱਬਣ ਰਤਨ ਸੇ ਸੁਣੀਆਂ ਬਹਿ ਗਏ, ਏੜੇ ਮੋਤੀ ਧਾ ਸੇ ਜਾਨੀ ਚੱਲ ਗਏ। ਬਾਬੇ ਆਦਮ ਨੂੰ ਕਿਹਾ ਕਿਵੇਂ ਆਇਆ? ਕਹਿੰਦੇ ਘਰੇ ਜਿੰਦਾ ਲਾ ਕੇ ਆਇਆ। ਕੋਈ ਨਹੀਂ, ਮੈਂ ਤੇ ਮੇਰੀ ਪਤਨੀ ਹੈ,
ਅਸੀਂ ਘਰ ਦਾ ਜਿੰਦਾ ਖੋਲ੍ਹਣ ਵਾਸਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ। ਦੇਖੋ ਮੰਗਣ ਦਾ ਵੀ ਢੰਗ ਹੁੰਦਾ ਆਪਣੇ ਗੁਰੂ ਤੋਂ। ਜਿਵੇਂ ਗੁਰੂ ਜੀ ਜਾ ਰਹੇ ਨੇ ਘੋੜੇ ਉੱਤੇ ਬੈਠੇ, ਗੁਰੂ ਹਰਗੋਬਿੰਦ ਮਹਾਰਾਜ, ਮਾਤਾ ਅੱਗੇ ਆ ਗਈ। ਚਲੋ ਅੱਡੋ ਅੱਡੀ ਵਿਦਵਾਨ ਨਾਉ, ਕਈ ਭੇਖਾਂ ਲਿਖਦੇ ਨੇ, ਕਈ ਕੁਝ ਲਿਖਦੇ ਨੇ ਵਿਦਵਾਨ। ਮਾਤਾ ਨੇ ਗੁਰੂ ਜੀ ਅੱਗੇ ਉਹ ਜਿਹੜਾ ਨਾ ਇੱਕ ਪ੍ਰਸ਼ਾਦਾ ਗੁੜ ਦੀ ਰੋੜੀ ਵਿੱਚ ਲਪੇਟੀ ਹੋਈ ਹੈ, ਖੱਦਰ ਦਾ ਪੌਣਾ, ਅੱਗੇ ਮਹਾਰਾਜ ਜੀ ਦੇ ਕਰ ਦਿੱਤਾ। ਮਹਾਰਾਜ ਜੀ ਪ੍ਰਸ਼ਾਦ ਛਕ ਕੇ ਬੜੇ ਖੁਸ਼ ਹੋਏ। ਮਾਂ ਮੰਗ ਲੈ ਕੁਝ, ਪਤਾ ਸਭ ਕੁਝ ਹੈ ਗੁਰੂ ਜੀ ਨੇ ਕੀ ਮੰਗਣਾ, ਪਰ ਗੱਲ ਇੱਕੋ ਹੀ ਹੋਵੇ, ਬਸ ਇੱਕ ਗੱਲ ਵਿੱਚ ਮੰਗ ਲੈ। ਮਾਂ ਕਹਿਣ ਲੱਗੀ ਸੱਚੇ ਪਾਤਸ਼ਾਹ ਇੱਕੋ ਹੀ ਗੱਲ ਵਿੱਚ, ਮੇਰਾ ਨਾਂ ਹੈ ਭੇਖਾਂ, ਸੋਨੇ ਦੀ ਮਧਾਣੀ ਹੋਵੇ, ਦੁੱਧ ਰੜਕਦੀ ਨੂੰ ਦੇਖਾਂ, ਬਸ ਇੰਨਾ ਕੁਝ ਹੀ ਹੈ, ਹੋਰ ਕੁਝ ਨਹੀਂ, ਮੈਂ ਨਹੀਂ ਕੁਝ ਮੰਗਦੀ। ਸੋਨੇ ਦੀ ਮਧਾਣੀ ਤਾਂ ਬਹੁਤਾ ਧਨ ਹੋਊਗਾ, ਨੂੰ ਤਾਂ ਉਹ ਘਰ ਵਿੱਚ ਪੁੱਤਰ ਹੋਊਗਾ, ਦੁੱਧ ਤਾਂ ਰਿੜਕਿਆ ਜਾਊਗਾ ਜੇ ਘਰ ਵਿੱਚ ਮੱਝ ਹੋਊਗੀ। ਦੇਖੋ ਇੱਕ ਜੁਗਤੀ ਦੇ ਵਿੱਚ ਸਭ ਕੁਝ ਮੰਗ ਲਿਆ। ਮਹਾਰਾਜ ਜੀ ਬੜੇ ਖੁਸ਼ ਹੋਏ। ਚਲੋ ਖੈਰ, ਕਹਿਣ ਤੋਂ ਭਾਵ ਘਰ ਵਿੱਚ ਫਿਰ ਪੁੱਤਰ ਹੋਏ ਉਸ ਮਾਤਾ ਦੇ। ਗੁਰੂ ਜੀ ਮਨੋਕਾਮਨਾ ਪੂਰੀ ਕਰਦੇ ਨੇ ਕਦੋਂ? ਜਦੋਂ ਭਾਵਣੀ ਭਗਤ ਭਾਏ, ਕੌਡੀ ਅਗਰ ਭਾਵ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤਾ। ਬਾਬਾ ਜਾ, ਫਿਰ ਗੁਰੂ ਬੈਠੇ ਨੇ ਖੁਸ਼ ਨੇ। ਗੁਰੂ ਜੀ ਕੋਲੇ ਜਾ ਕੇ ਮੱਥਾ ਟੇਕਿਆ। ਬਾਬੇ ਆਦਮ ਨੇ ਪੁੱਛਿਆ, ਬਾਬਾ ਕਿਵੇਂ ਹੈ ਤੇਰੇ ਮਾਲਵੇ ਦਾ ਹਾਲ? ਮਹਾਰਾਜ ਮਾਲਵਾ ਵੀ ਤੁਹਾਡਾ, ਮੈਂ ਵੀ ਤੁਹਾਡਾ, ਕੁਝ ਮੰਗ ਲੈ। ਬਾਬੇ ਆਦਮ ਨੇ ਕਿਹਾ, ਸੱਚੇ ਪਾਤਸ਼ਾਹ ਜਾਣੀ ਜਾਣੋ, ਮੈਂ ਤਾਂ ਕੁਝ ਨਹੀਂ ਕਹਿੰਦਾ। ਨਹੀਂ ਬਾਬਾ, ਕੁਝ ਨਾ ਕੁਝ ਤਾਂ ਮੰਗ ਲੈ। ਸੱਚੇ ਪਾਤਸ਼ਾਹ ਮੇਰਾ ਪਿੰਡ ਭੁੱਚੋ ਮੰਡੀ ਹੈ, ਮਾਲਵੇ ਦੇ ਵਿੱਚ, ਬਠਿੰਡੇ ਦੇ ਲਾਗੇ। ਉਸ ਘਰ ਦੇ ਵਿੱਚ ਰਹਿੰਦਿਆਂ ਨੂੰ 60 ਸਾਲ ਹੋ ਗਏ ਮੈਨੂੰ। ਮੈਂ ਤੇ ਮੇਰੀ ਪਤਨੀ ਦੋਨੋਂ ਜਾਣੇ ਆ। ਘਰੇ ਜਿੰਦਾ ਲਾਏ, ਜਿੰਦਾ ਖੁੱਲ੍ਹਣ ਵਾਲਾ ਕੋਈ ਦੇ ਦਿਓ, ਸਾਡੇ ਘਰ ਦਾ ਜਿੰਦਾ ਖੁੱਲ੍ਹ ਜਾਵੇ। ਨਹੀਂ ਲੋਕ ਰੱਸੀਆਂ ਧਰ ਧਰ ਕੇ ਮਿਣਦੇ ਨੇ, ਇੰਨੀ ਜਗ੍ਹਾ ਮੈਂ ਲੈ ਲੂੰ, ਕਿਉਂਕਿ ਪੁੱਤਰ ਨਾ ਜਦੋਂ ਹੋਵੇ। ਸੱਚੇ ਪਾਤਸ਼ਾਹ ਮੈਂ ਪੁੱਤਰ ਤੋਂ ਬਿਨਾਂ ਔਖਾ ਹੈ, ਮੈਨੂੰ ਪੁੱਤਰ ਦੀ ਦਾਤ ਦੇ ਦਿਓ। ਮਹਾਰਾਜ ਬੈਠੇ ਬੈਠੇ ਅੱਖਾਂ ਮੀਚ ਕੇ ਕਹਿਣ ਲੱਗੇ, ਬਾਬਾ ਆਦਮ ਤੇਰੇ ਕਰਮਾਂ 'ਚ ਤਾਂ ਪੁੱਤਰ ਹੀ ਹੈ ਹੀ ਨਹੀਂ। ਬਾਬਾ ਆਦਮ ਉਹ ਤੇਰੇ ਕਰਮਾਂ ਵਿੱਚ ਪੁੱਤਰ ਹੀ ਹੈ ਨਹੀਂ, ਮੈਂ ਤੈਨੂੰ ਦੇਵਾਂ ਕਿੱਥੋਂ? ਪਤਾ ਨਹੀਂ ਸੀ, ਗਾਂ ਉੱਚੀ ਉੱਚੀ ਰੋਣ ਲੱਗ ਪਿਆ ਬਾਬਾ ਆਦਮ। ਉਹ ਆਹੀ ਇੱਕੋ ਘਰ ਸੀ ਜਿਸ ਘਰ ਦੇ ਵਿੱਚ ਮੈਂ ਆ ਕੇ ਆਪਣਾ ਸਿਰ ਨਵਾਇਆ ਸੀ, ਬਾਕੀ ਤਾਂ ਮੈਂ ਸਾਰੇ ਦੁਆਰੇ ਛੱਡ ਆਇਆ। ਇਸ ਘਰ ਦੇ ਵਿੱਚੋਂ ਵੀ ਅੱਜ ਜਵਾਬ ਮਿਲ ਗਿਆ। ਬਾਬਾ ਆਦਮ ਕਹਿਣ ਲੱਗਿਆ, ਸੱਚੇ ਪਾਤਸ਼ਾਹ ਹੁਣ ਮੈਂ ਜਾਵਾਂ ਤੇ ਜਾਵਾਂ ਕਿੱਥੇ? ਕਹਿੰਦਾ ਹੈ ਰੋਂਦਾ ਨਾਲੇ, ਪਿਆਰੇ ਜੀ ਕਿਹਦੇ ਦਰ ਜਾਵਾਂ ਮਾਲਕਾ, ਮੇਰੇ ਪਿਆਰੇ ਕਿਹਦੇ ਦਰ ਜਾਵਾਂ ਮਾਲਕਾ ਜੀ। ਪਿਆਰੇ ਜੀ ਗੱਜ ਕੇ ਬਈ ਜੀ, ਦਰ ਸਾਰੀ ਦੁਨੀਆ ਦੇ ਛੱਡ ਕੇ ਮੈਂ ਤੇਰੇ ਦੁਆਰੇ ਆਇਆ ਮਾਲਕਾ। ਦਰ ਸਾਰੀ ਦੁਨੀਆ ਦੇ ਛੱਡ ਕੇ ਕਿਹਦੇ ਦਰ ਜਾਵਾਂ ਮਾਲਕਾ। ਉਹ ਦਰ ਸਾਰੀ ਦੁਨੀਆ ਦੇ ਮੈਂ ਤੇਰੇ ਦੁਆਰੇ ਆਇਆ ਮਾਲਕਾ। ਬੋਲੋ ਬੋਲੋ
सगल द्वार को छाड़ के गयो तुहारो द्वार, वाहे गए की लाज अस। धन गुरु अमरदास महाराज, गुरु रामदास महाराज, गुरु नानक दियाँ ਉਹ ਜੋਤਾਂ। ਪੁੱਛਿਆ ਬਾਬਾ ਫਿਰ ਤੂੰ ਹੁਣਿਓ ਤਾਂ ਦੇਖ, ਤੇਰੀ ਉਮਰ ਤਾਂ ਗਈ 60 ਕੇ ਬੁਢੇਪਾ, ਬੁਢਾਪੇ ਦੇ ਵਿੱਚ ਤਾਂ ਤੂੰ ਚੱਲਿਆ ਗਿਆ, ਜਰਿਆਈ ਜੋਬਨ ਹਾਰਿਆ। ਹੁਣ ਬਾਬਾ ਤੂੰ ਫਿਰ ਜਦੋਂ ਆਸ ਹੋਵੇ ਮਨੁੱਖ ਨੂੰ, ਆਸ ਹਰ ਇੱਕ ਮਨੁੱਖ ਦੀ ਆਸ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ। ਆ ਪਿੱਛੇ ਜੇ ਕਰਫਿਊ ਤਾਂ ਖੁੱਲ੍ਹ ਗਿਆ, ਡੌਕ ਲਾਉਣ ਹਜੇ ਵੀ ਚੱਲ ਰਿਹਾ ਹੈ। ਉਹਦੇ ਵਿੱਚ ਬਹੁਤ ਬੰਦਿਆਂ ਨੇ ਅੱਡੋ ਅੱਡੀ ਪਾਏ। ਜਿੱਦੇ ਕਰਫਿਊ ਖੁੱਲ੍ਹਿਆ, ਜਿੱਦੇ ਲੋਕਡਾਊਨ ਖੁੱਲ੍ਹ ਗਿਆ, ਉਹਦੇ ਤੁਸੀਂ ਸਭ ਤੋਂ ਪਹਿਲਾਂ ਕਿੱਥੇ ਜਾਓਗੇ? ਹੁਣ ਪਤਾ ਹੀ ਹੈ ਮਨੁੱਖ ਆਪਣੇ ਘਰ ਵਿੱਚ ਬੈਠਾ ਹੈ, ਉਹ ਕਿਤੇ ਵੀ ਜਾਇਆ ਵੇ ਉਹਦੇ ਘਰ ਹੀ ਮੁੜਨਾ ਹੁੰਦਾ ਸ਼ਾਮ ਨੂੰ, ਦੂਜੇ ਦਿਨ ਮੁੜਾਵੇ, ਤੀਜੇ ਦਿਨ ਮੁੜਾਵੇ। ਆ ਪ੍ਰਵਾਸੀ ਮਜ਼ਦੂਰ ਜਿਹੜੇ ਜਾ ਰਹੇ ਨੇ, ਇਹ ਵੀ ਆਪਣੇ ਘਰਾਂ ਨੂੰ ਜਾ ਰਹੇ ਨੇ, ਇੱਧਰ ਕੰਮ ਕਰਨ ਵਾਸਤੇ ਆਏ ਸੀ ਵਿਚਾਰੇ। ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ, ਪਰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਹਰ ਇੱਕ ਮਨੁੱਖ ਨੂੰ ਸਾਡਾ ਅਸਲੀ ਘਰ, ਨਿੱਜ ਘਰ ਜਿਹੜਾ ਉਹ ਕਿਹੜਾ ਹੈ। ਨਿੱਜ ਘਰ ਮਹਿਲ ਪਾਵੋ, ਸੁਖ ਸਹਿਜੇ ਬਾਹਰ ਨਾ ਹੋਏਗੋ ਫੇਰਾ, ਵੀ ਅਸਲ ਨਿੱਜ ਘਰ ਕਿਹੜਾ। ਦੁਨਿਆਵੀ ਗੱਲਾਂ ਤੇ ਮਨੁੱਖ ਸੋਚਦੇ ਰਹੇ। ਉਹ 2 ਮਹੀਨਿਆਂ ਦਾ ਜਿਹੜਾ ਕਰਫਿਊ ਲੱਗ ਗਿਆ, ਪ੍ਰਵਾਸੀ ਮਜ਼ਦੂਰਾਂ ਨੇ ਸੋਚਿਆ ਵਿਚਾਰਿਆਂ ਨੇ ਹੁਣ ਕੀ ਕਰਾਂਗੇ। ਪਹਿਲਾਂ ਤਾਂ ਉਹਨਾਂ ਨੇ ਦੇਖਿਆ ਭੁੱਖੇ ਮਰਦੇ ਰਹੇ, ਫਿਰ ਕਈ ਤੁਰ ਕੇ ਹੀ ਹੋ ਗਏ, ਕਈ ਸਾਈਕਲਾਂ 'ਤੇ ਹੋ ਗਏ, ਕੋਈ ਕਿਵੇਂ ਹੋ ਗਿਆ ਵੀ ਆਪਣੇ ਘਰ ਪਹੁੰਚੀਏ। ਦੇਖੋ ਉਹਨਾਂ ਨੂੰ ਘਰ ਦੀ ਪਿਆਸ ਲੱਗੀ ਹੋਈ ਸੀ। ਨਾ ਕਰੇ ਰੱਬ ਅਸੀਂ ਵੀ ਕਿਤੇ ਇਹਨਾਂ ਦਿਨਾਂ ਵਿੱਚ ਬਾਹਰ ਹੁੰਦੇ, ਅਸੀਂ ਕੀ ਕਹਿੰਦੇ ਵੀ ਛੇਤੀ ਦਿਨੇ ਘਰ ਪਹੁੰਚੀਏ, ਬੱਚੇ ਪਤਾ ਨਹੀਂ ਕਿਵੇਂ ਹੋਣਗੇ। ਪਰ ਕਈਆਂ ਦੀ ਅੱਡੋ ਅੱਡੀ ਸੋਚ ਸੀ। ਕਿਸੇ ਨੇ ਪੁੱਛਿਆ ਤੁਸੀਂ ਕਿੱਥੇ ਜਾਓ, ਕੋਈ ਕਹਿੰਦਾ ਅੰਮ੍ਰਿਤਸਰ ਜਾਓ। ਜਿਹੜੇ ਆਪਣੇ ਘਰਾਂ ਸੌਖੇ ਬੈਠੇ ਸੀ ਉਹਨਾਂ ਦੀ ਗੱਲ ਕਰਦਾ। ਕਿਸੇ ਨੇ ਪੁੱਛਿਆ ਅਸੀਂ ਅੰਮ੍ਰਿਤਸਰ ਜਾਵਾਂਗੇ, ਕਿਸੇ ਨੇ ਪੁੱਛਿਆ ਅਸੀਂ ਕੋਈ ਹੋਰ ਇਤਿਹਾਸਕ ਸਥਾਨ 'ਤੇ ਚਲੇ ਜਾਵਾਂਗੇ, ਕਿਸੇ ਨੇ ਕਿਹਾ ਅਸੀਂ ਰਾੜਾ ਸਾਹਿਬ ਜਾਵਾਂਗੇ, ਕਿਸੇ ਨੇ ਕਿਹਾ ਅਸੀਂ ਤਾਂ ਜਦੋਂ ਵੀ ਇਹ ਡੌਕ ਲਾਉਣ ਖੁੱਲ੍ਹ ਗਿਆ ਉਦੋਂ ਸਿੱਧਾ ਮਸਤੂਆਣਾ ਸਾਹਿਬ ਜਾਵਾਂਗੇ, ਉਸ ਸਥਾਨ 'ਤੇ ਜਾ ਕੇ ਪਹਿਲਾਂ ਮੱਥਾ ਟੇਕਾਂਗੇ। ਗੁਰੂ ਤਾਂ ਹੈ ਇੱਥੇ, ਪਰ ਉੱਥੇ ਇੱਕ ਮਹਾਂਪੁਰਖ ਜਿਨ੍ਹਾਂ ਨੇ ਬੰਦਗੀ ਕਰੀ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਮਹਾਂਪੁਰਖ, ਵੀ ਉਹਨਾਂ ਦੇ ਸਥਾਨ 'ਤੇ ਜਾ ਕੇ ਸਭ ਤੋਂ ਪਹਿਲਾਂ ਮੱਥਾ ਟੇਕਾਂਗੇ। ਫਿਰ ਉਹ ਕਿਉਂ ਨਹੀਂ ਕਹਿਣਗੇ ਗੁਰੂ ਨੂੰ ਇਹਦੀ ਮਨੋਕਾਮਨਾ ਪੂਰੀ ਕਰ। ਜਦੋਂ ਇੰਨਾ ਕੁਝ ਕਹਿ ਦੇਵੇ ਵੀ ਬਸ ਸਾਡਾ ਤਾਂ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਬਾਬਾ ਆਦਮ ਉਹ ਹੈ ਹੀ ਨਹੀਂ ਤੇਰੇ ਕਰਮਾਂ 'ਚ, ਮੈਂ ਦੇਵਾਂ ਕਿੱਥੋਂ? ਰੋਂਦਾ ਰੋਂਦਾ ਬਾਹਰ ਆ ਗਿਆ। ਜਦੋਂ ਬਾਹਰ ਆਇਆ ਸਿੱਖਾਂ ਨੇ ਪੁੱਛਿਆ ਉਹ ਬਜ਼ੁਰਗ ਬਾਬਿਆ, ਓਏ ਤੂੰ ਤਾਂ ਹੱਸਦਾ ਹੁੰਦਾ ਸੀ ਤੇ ਰੋਂਦਾ ਜਾਂਦਾ। ਉਹ ਕਹਿੰਦਾ ਮੈਨੂੰ ਗੁਰੂ ਨੇ ਪੁੱਤਰ ਤੋਂ ਜਵਾਬ ਦਿੱਤਾ। ਓਏ ਗੁਰੂ ਨੂੰ ਪੁੱਤਰ ਤੋਂ ਜਵਾਬ ਨਹੀਂ ਦਿੰਦਾ, ਤੈਨੂੰ ਮੰਗਣਾ ਹੀ ਨਹੀਂ ਆਇਆ। ਕੀ ਕਿਹਾ ਸੀ ਤੈਂ? ਸੱਚੇ ਪਾਤਸ਼ਾਹ ਪੁੱਤਰ ਦੀ ਦਾਤ ਦੇ ਤੋ। ਫਿਰ ਗੁਰੂ ਕੀ ਕਹਿੰਦਾ? ਗੁਰੂ ਨੇ ਕਿਹਾ ਤੇਰੇ ਕਰਮਾਂ 'ਚ ਪੁੱਤਰ ਲਿਖੇ ਹੀ ਨਹੀਂ। ਉਹ ਬਾਬਾ ਤੂੰ ਉਸੇ ਵਕਤ ਗੁਰੂ ਦੇ ਚਰਨ ਫੜ ਲੈਂਦਾ, ਤੂੰ ਉਸੇ ਵਕਤ ਗੁਰੂ ਨੂੰ ਕਹਿਣਾ ਸੀ ਸੱਚੇ ਪਾਤਸ਼ਾਹ ਇੱਥੇ ਵੀ ਲਿਖਣ ਵਾਲੇ ਤੁਸੀਂ ਹੋ ਤੇ ਅੱਗੇ ਵੀ ਲਿਖਣ ਵਾਲੇ ਤੁਸੀਂ ਹੋ। ਜੇ ਅੱਗੇ ਲਿਖਣਾ ਭੁੱਲ ਗਏ ਨਾ, ਪਿੱਛੇ ਉੱਥੇ ਲਿਖਣਾ ਭੁੱਲ ਗਏ ਤਾਂ ਇੱਥੇ ਚੱਕੋ ਕਲਮ ਤੇ ਦਵਾ ਤੇ ਇੱਥੇ ਲਿਖ ਦਿਓ। ਤੂੰ ਕਹਿਣਾ ਸੀ ਗੁਰੂ ਨੂੰ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ। ਉਹ ਲਿਖਣ ਵਾਲਿਆ ਲਿਖਣ ਵਾਲਿਆ ਤੂੰ ਹੋ ਕੇ ਦਿਆਲ, ਲਿਖ ਦੇ ਮੇਰੇ ਕਰਮਾਂ ਵਿੱਚ ਵਾਹਿਗੁਰੂ ਦਾ ਨਾਮ ਲਿਖ ਦੇ। ਲਿਖਣ ਵਾਲਿਆ ਤੂੰ ਹੋ ਕੇ ਦੇ ਕਰਮਾਂ ਵਿੱਚ ਵਾਹਿਗੁਰੂ ਦਾ ਨਾਮ ਲਿਖ ਦੇ। ਲਿਖਣ ਵਾਲਿਆ
ਲਿਖਣ ਵਾਲਿਆ ਤੂੰ ਹੋਵੇ। ਲਿਖਣ ਵਾਲਿਆ ਤੂੰ ਕਹਿਣਾ ਸੀ ਸੱਚੇ ਪਾਤਸ਼ਾਹ ਜੇ ਉੱਥੇ ਨਹੀਂ ਲਿਖਿਆ ਤਾਂ ਇੱਥੇ ਲਿਖ ਦੋ, ਕਰੋ ਕਿਰਪਾ, ਚੱਕੋ ਕਲਮ ਦਵਾ ਤੋਣੀ, ਬਾਬਾ ਤੈਨੂੰ ਮਿਲ ਜੂਗਾ, ਦੇਖੀ ਕਿਤੇ ਮੁੜ ਜੇ। ਉਹ ਅਸਲੀ ਡਾਕਟਰ ਕੋਲੇ ਆ ਗਿਆ ਹੁਣ ਤੂੰ। ਇਹ ਦੁਨੀਆ ਦਾ ਸਭ ਤੋਂ ਵੱਡਾ ਡਾਕਟਰ ਹੈ, ਦੁਨੀਆ ਦਾ ਸਭ ਤੋਂ ਵੱਡਾ ਹਸਪੀਟਲ ਹੈ, ਇੱਥੋਂ ਅੱਜ ਤੱਕ ਕੋਈ ਖਾਲੀ ਨਹੀਂ ਗਿਆ। ਪਰ ਲੋੜ ਸ਼ਰਧਾ ਤੇ ਭਾਵਨਾ ਦੀ ਹੈ। ਜਿਹੋ ਜੀ ਭਾਂਡੇ, ਜਿਹੋ ਜਿਹਾ ਭਾਂਡਾ ਤੇਰਾ ਸਾਫ਼ ਹੋਇਆ, ਜੇ ਤਾਂ ਤੇਰਾ ਭਾਂਡਾ ਹੋਇਆ ਸਿੱਧਾ, ਫਿਰ ਤਾਂ ਸਿੱਧੇ ਅੰਮ੍ਰਿਤ ਪਵੈ ਨਿਹਾਰ। ਜੇ ਤੇਰਾ ਭਾਂਡਾ ਪੁੱਠਾ ਹੋਇਆ ਨਾ, ਫਿਰ ਭਾਂਡੇ 'ਚ ਵਸਤੂ ਨਹੀਂ ਪੈਣੀ ਹੈ। ਬਾਬਾ ਭਾਂਡਾ ਸਿੱਧਾ ਕਰ ਲਾ। ਕੀ ਕਰਾਂ ਮੈਂ ਭਾਂਡਾ ਸਿੱਧਾ? ਕਹਿੰਦੇ ਉਹ ਸਾਹਮਣੇ ਲੰਗਰ ਹੈ, ਉੱਥੇ ਚਲਿਆ ਜਾ, ਉੱਥੇ ਸੇਵਾ ਕਰ ਦੋਨੋਂ ਜਾਣੇ, ਪਤੀ ਤੇ ਪਤਨੀ। ਪਹਿਲਾਂ ਜਾ ਕੇ ਜੂਠੇ ਬਰਤਨ ਸਾਫ਼ ਕਰੋ, ਤੁਹਾਡਾ ਹਿਰਦਾ ਸ਼ੁੱਧ ਹੋ ਜਾਵੇ। ਹੁਣ ਬਾਬਾ ਆਦਮ ਭਾਂਡੇ ਮਾਂਜਣ ਲੱਗ ਗਿਆ। ਭਾਂਡੇ ਮਾਂਜਦਾ ਇੰਨਾ ਕੁ ਉਹ ਉੱਚੀ ਅਵਸਥਾ ਹੈ, ਅੱਡੋ ਅੱਡੀ ਮੰਜ਼ਿਲਾਂ ਨੇ। ਜਿਵੇਂ ਪਹਿਲੀ ਦਾ ਬੱਚਾ ਪੜ੍ਹਦਾ, ਇੱਕ ਦੂਜੀ ਦਾ ਪੜ੍ਹਦਾ, ਇੱਕ ਤੀਜੀ ਦਾ ਪੜ੍ਹਦਾ, ਇੱਕ ਚੌਥੀ ਦਾ ਪੜ੍ਹਦਾ ਹੈ। ਇਸ ਤਰ੍ਹਾਂ ਬਾਬਾ ਆਦਮ ਜਦੋਂ ਉਹ ਭਾਂਡੇ ਮਾਂਜਦਿਆਂ ਬਾਬੇ ਆਦਮ ਦਾ ਦਾੜਾ ਹੱਥ ਵਿੱਚ ਆ ਜਾਂਦਾ ਕਈ ਵਾਰੀ, ਉਹਦੇ ਨਾਲ ਹੀ ਭਾਂਡੇ ਮਾਂਜੀ ਜਾਂਦਾ। ਅਵਸਥਾ ਇੰਨੀ ਉੱਚੀ ਹੋ ਗਈ, ਅਵਸਥਾ ਦੀ ਗੱਲ ਹੈ। ਇੱਕ ਮੈਨੂੰ ਵੀ ਮਿਲਿਆ ਚੁੱਚ ਗਿਆਨੀ ਜਾਂ ਕਹਿੰਦਾ ਜੀ ਇੱਕ ਸੁਖਮਨੀ ਸਾਹਿਬ ਦਾ ਪਾਠ 1.5 ਘੰਟੇ ਵਿੱਚ ਹੋ ਜਾਂਦਾ। ਮੈਂ ਕਿਹਾ ਹਾਂ। ਕਹਿੰਦਾ ਫਿਰ ਸਾਰੇ ਦਿਨ ਵਿੱਚ ਕਿੰਨੇ ਪਾਠ ਹੋ ਗਏ? ਮੈਂ ਕਿਹਾ ਵੀ ਇਹ ਵੀ ਅੱਡੋ ਅੱਡੀ ਅਭਿਆਸ ਹੁੰਦਾ ਹੈ। ਇੱਕ ਅਣਜਾਣ ਜਿਹਾ ਬੰਦਾ ਵਿਚਾਰਾ ਉਹ 2 ਘੰਟੇ ਲਾ ਦਿੰਦਾ ਸੁਖਮਨੀ ਸਾਹਿਬ ਦਾ ਪਾਠ। ਇੱਕ ਹੈ ਜਿਹੜਾ ਉਹ ਚਲੋ ਜਿਹਦੀ ਕਿਸੇ ਸੰਥਿਆ ਕਰੀ ਹੈ, ਪੜ੍ਹਿਆ ਉਹ ਘੰਟੇ ਵਿੱਚ ਪੜ੍ਹ ਦਿੰਦਾ ਹੈ। ਕਈ ਹੁੰਦੇ ਨੇ ਮਨੁੱਖ ਜਿਨ੍ਹਾਂ ਦਾ ਪਾਠ ਹੋਰ ਪ੍ਰਚਲਿਤ ਹੁੰਦਾ ਹੈ, ਉਹ ਪੌਣੇ 1 ਘੰਟੇ ਵਿੱਚ ਸਪੀਕਰ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰ ਦਿੰਦੇ ਨੇ। ਇੱਕ ਬਨੇ ਅਭਿਆਸੀ ਪੁਰਸ਼ ਜਿਨ੍ਹਾਂ ਦਾ ਅਭਿਆਸ ਹੈ। ਜਿਹੜੇ ਅਭਿਆਸੀ ਪੁਰਸ਼ ਨੇ ਜਦੋਂ ਇੱਕ ਵਾਰੀ ਵਾਹਿਗੁਰੂ ਕਹਿੰਦੇ ਆ, ਉਹਨਾਂ ਦੇ 3.5 ਕਰੋੜ ਰੋਮ ਦੇ ਵਿੱਚੋਂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ। 3.5 ਕਰੋੜ। ਇਹ ਕਿਸੇ ਪ੍ਰੋਫੈਸਰ ਦੀ ਕਲਮ ਨਹੀਂ ਹੈ, ਇਹ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ। ਮਹਾਰਾਜ ਜੀ ਕਹਿੰਦੇ ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਸਗਲੀ ਗਣਤ ਮਿਟਾਵੇ। ਗੁਰੂ ਜੀ ਦਾ ਫੈਸਲਾ ਹੈ। ਤਾਂ ਮਹਾਰਾਜ ਜੀ ਕਹਿੰਦੇ ਗੁਰਮੁਖ ਆ ਜਿਹੜੇ ਆ ਨਾ, ਉਹਦੇ ਰੋਮ ਰੋਮ ਵਿੱਚੋਂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ। ਇਸ ਕਰਕੇ ਜਿਹੜਾ ਬੰਦਾ ਅਭਿਆਸ ਕਰਦਾ ਹੈ ਨਾ, ਉਹਨੂੰ ਪਤਾ ਹੈ। ਜਿਹਨੇ ਹਜੇ ਅੱਜ ਪਹਿਲੇ ਦਿਨ ਗੁਟਕਾ ਚੱਕਿਆ, ਉਹਨੂੰ 8-9 ਮਿੰਟ ਲੱਗੇ ਪਾਠ ਕਰਨ ਤੇ ਉਹ ਫਿਰ ਲੱਗਿਆ, ਫਿਰ ਬਘਿਆੜ ਵਾਸੀਆਂ ਆਉਣ ਲੱਗ ਗਈਆਂ। ਉਹ ਕਹਿੰਦਾ ਯਾਰ ਇਹ ਤਾਂ ਬੜਾ ਔਖਾ ਕੰਮ ਹੈ। ਪਰ ਇੱਕ ਅਭਿਆਸੀ ਜਦੋਂ ਬੈਠ ਗਿਆ, ਚੌਂਕੜਾ ਮਾਰ ਲਿਆ, ਉਹਦੀ ਸੁਰਤ ਜੁੜ ਗਈ ਪਰਮਾਤਮਾ ਦੇ ਨਾਲ, ਉਹ ਇਹਨਾਂ ਗੱਲਾਂ ਤੋਂ ਪਾਸੇ ਹੋ ਜਾਂਦਾ ਹੈ। ਗੁਰੂ ਦੇ ਘਰ ਦੇ ਵਿੱਚ, ਗੁਰੂ ਦੇ ਚਰਨਾਂ ਵਿੱਚ ਆ ਕੇ ਤਾਂ ਸ਼ਾਂਤੀ ਪ੍ਰਾਪਤ ਹੁੰਦੀ ਹੈ। ਤੇ ਕਈ ਮਨੁੱਖ ਮੈਨੂੰ ਮਿਲੇ, ਉਹ ਕਹਿੰਦੇ ਕੀ ਕਰੀ ਜਦੋਂ ਗੁਰਦੁਆਰੇ ਆਏ ਸਾਡਾ ਤਾਂ ਮਨ ਹੀ ਦੁਖੀ ਹੋ ਗਿਆ ਕਿ ਓਏ ਫਿਰ ਤੂੰ ਗੁਰਦੁਆਰੇ ਨਹੀਂ ਆਇਆ ਚੱਲ ਕੇ। ਜਿੱਦੇ ਗੁਰਦੁਆਰੇ ਚੱਲ ਕੇ ਆ ਗਿਆ ਉਹਦੇ ਫਿਰ ਮਹਾਰਾਜ ਜੀ ਕਹਿੰਦੇ ਬਿਨ ਹਰ ਸ਼ਾਂਤ ਨਾ, ਬਿਨ ਹਰ ਨਾਮ ਨ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਹੁਣ ਬਾਬੇ ਆਦਮ ਦਾ ਮਨ ਤੜਫਦਾ ਸੀ, ਜਦੋਂ ਗੁਰਦੁਆਰੇ ਆ ਗਿਆ, ਗੁਰੂ ਦੇ ਚਰਨਾਂ ਵਿੱਚ ਆ ਗਿਆ, ਸ਼ਾਂਤ ਹੋ ਗਿਆ। ਇਹ ਗੱਲ ਅਸੀਂ ਨਹੀਂ ਕਹਿੰਦੇ, ਹੁਣੀ ਆਸਾ ਦੀ ਵਾਰ ਦਾ ਵਿੱਚ ਸ਼ਲੋਕ ਆਇਆ ਸੀ। ਮਹਾਰਾਜ ਜੀ ਕੀ ਕਹਿੰਦੇ? ਮਨ ਸ਼ਾਂਤ ਨਾ ਹੋਵੇ ਜੀ ਬਿਨਾ ਹਰ ਨਾਮ ਤੋਂ, ਮਨ ਸ਼ਾਂਤ ਨਾ ਹੋਵੇ ਜੀ ਬਿਨਾ ਹਰ ਨਾਮ ਤੋਂ। ਮਹਾਰਾਜ ਜੀ ਕਹਿਣ ਲੱਗੇ, ਜਿਵੇਂ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਮਹਾਰਾਜ ਫਰਮਾਨ ਕਰਦੇ ਨੇ, ਆਪਣੀਆਂ ਵੱਲ ਵੇਖ ਕੇ ਵੇ ਕਿਉਂ ਤੱਕੇ ਪਰਾਈਆਂ। ਕਹਿੰਦੇ ਆਪਣੇ ਅਵਗੁਣ ਦੇਖ,
ਕਿਸੇ ਦੇ ਦੇਖ ਹੀ ਨਾ ਮਨ ਸੁਖੀ ਹੋ ਜਾਊਗਾ। ਜਦੋਂ ਆਪਣੇ ਅਵਗੁਣ ਲੁਕੋ ਕੇ ਕਿਸੇ ਦੇ ਦੇਖਣ ਲੱਗ ਗਿਆ ਫਿਰ ਮਨ ਦੁਖੀ ਹੋਊਗਾ ਹੀ ਹੋਊਗਾ। ਫਿਰ ਸਮਝ ਲੈ ਗੁਰੂ ਤੋਂ ਦੂਰ ਹੈ। ਨਹੀਂ, ਗੁਰੂ ਦਾ ਘਰ ਤਾਂ ਸ਼ਾਂਤੀ ਦਾ ਪ੍ਰਤੀਕ ਹੈ, ਪਰ ਉਹ ਵਸਤੂ ਲਈ ਨਹੀਂ, ਭਾਂਡਾ ਪੁੱਠਾ ਹੈ। ਹੁਣ ਉਹਦੇ ਵਿੱਚ ਅੰਮ੍ਰਿਤ ਜੇ ਪਵੇ ਤਾਂ ਹੀ ਸ਼ਾਂਤੀ ਆਵੇ ਨਾ। ਬਾਬਾ ਤੂੰ ਭਾਂਡਾ ਸਿੱਧਾ ਕਰ ਲੈ, ਹੁਣ ਭਾਂਡਾ ਸਿੱਧਾ ਕਰਕੇ ਸੇਵਾ ਕਰਨ ਲੱਗ ਪਿਆ, ਕੁਝ ਕੁ ਸ਼ਾਂਤੀ ਪ੍ਰਾਪਤ ਹੋ ਗਈ। ਬਾਬੇ ਆਦਮ ਨੂੰ ਸੇਵਾ ਕਰਦਿਆਂ, ਭਾਂਡੇ ਮਾਂਜਦਿਆਂ, ਭਾਂਡੇ ਮਾਂਜ ਕੇ ਬਾਬਾ ਆਦਮ ਤੇ ਫੇਰ ਨਾ ਤੇ ਭੋਜਨ ਛਕ ਕੇ ਇੱਕ ਪਾਸੇ ਐਂ ਕੰਧ ਨਾਲ ਢੂ ਲਾ ਲੈਂਦੇ ਨੇ, ਬਸ 2-4 ਮਿੰਟਾਂ ਵਿੱਚ ਨੀਂਦ ਪੂਰੀ ਕਰ ਲੈਂਦੇ ਨੇ। ਗੁਰੂ ਜੀ ਨੇ ਬੁਲਾਇਆ, ਬਾਬਾ ਆਦਮ ਸੇਵਾ ਕਰਦਾ ਹੁੰਨਾ? ਸੱਚੇ ਪਾਤਸ਼ਾਹ ਮੈਂ ਨਹੀਂ ਸੇਵਾ ਕਰਦਾ। ਤੂੰ ਕਰਾਉਣਾ ਹੈ ਸੇਵਾ, ਜਿਸ ਤੂੰ ਜਾਣਾ ਹੈ ਸੋਈ ਜਨ ਜਾਣੈ। ਮਹਾਰਾਜ ਸੱਚੇ ਪਾਤਸ਼ਾਹ ਮੈਂ ਕੌਣ ਹੈ ਸੇਵਾ ਕਰਨ ਵਾਲਾ? ਸੇਵਾ ਤਾਂ ਤੂੰ ਕਰਾਉਣਾ ਹੈ। ਬਸ ਜਦੋਂ ਮਨੁੱਖ ਨੇ ਕਹਿਤੀ ਫਿਰ ਮਨ ਦੁਖੀ ਨਹੀਂ ਹੁੰਦਾ। ਗੁਰੂ ਕਰਾਉਂਦਾ ਸੇਵਾ, ਜਿਹਦੇ ਸਿਰ ਤੇ ਮਰਜ਼ੀ ਹੱਥ ਰੱਖ ਕੇ ਗੁਰੂ ਸੇਵਾ ਕਰਵਾ ਲਵੇ। ਜਦੋਂ ਇਹ ਕਹਤਾ ਗੁਰੂ ਨੇ ਸੇਵਾ ਕਰਾਈ ਹੈ ਫਿਰ ਸ਼ਾਂਤ ਹੈ। ਜੇ ਕਹਤਾ ਵੀ ਇਹ ਤਾਂ ਮੈਂ ਕਰਦਾ ਜਿਹੜਾ ਕੁਝ ਕਰਦਾ, ਫਿਰ ਗੁਰੂ ਕਹਿੰਦਾ ਵੀ ਤੂੰ ਹੀ ਕਰਕੇ ਦੇਖ ਲਾ, ਫਿਰ ਤੂੰ ਜ਼ੋਰ ਲਾ ਲਾ ਆਪਣਾ। ਇਸ ਕਰਕੇ ਗੁਰੂ ਦੇ ਚਰਨਾਂ ਵਿੱਚ ਬਸ ਇੱਕੋ ਹੀ ਅਰਦਾਸ ਬੇਨਤੀ ਕਰੀਏ, ਕਿਹੜੀ? ਰਾਮ ਕਲੀ ਮਹਲਾ ਤੀਜਾ, ਆਨੰਦ ਏਕ ਓੰਕਾਰ, ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰਿ ਨਾਲ ਰੋ ਤੁਮਨ, ਮੇਰੇ ਦੁਖ ਸਭ ਵਿਸਾਰਨਾ। ਸਭ ਨਾ ਗਲਾਂ ਸਮਰੱਥ, ਸੁਆਮੀ ਸੁਖ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਿਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ। ਕਰ ਜਾਂਦ ਸੁਖ ਮਨ ਆਇ ਵਸਿਆ, ਜਿਨੀ ਛਾਂ ਸਪ ਜਾਈਆਂ। ਇਹਦਾ ਗੁਰ ਬਿਟੋ ਕਹਿ ਨਾਨਕ ਸੁਣੋ, ਸੰਤੋ ਸ਼ਬਦ ਧਰੋ ਪਿਆਰੋ। ਅਰਜ ਭਾਗੈ ਸ਼ਬਦ ਬਾਜੇ, ਕਲਾ ਜਿਤ ਕਰਤਾਰੀਆ। ਤੁਧ ਕਰਮ ਪਾਇਆ ਤੂ ਜਿਨ ਕੋ, ਸੇ ਨਾ ਮਰ ਕੇ ਲਾਗੇ। ਨੰਦ ਸੁਨੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੁਣਤੇ ਬਨੀਤ ਕਹਤੇ, ਸਤਿਗੁਰ ਅਪਰ ਪੂਰੇ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਤੁਧ ਆਗੇ ਅਰਦਾਸ।